अस्सलाम वालेकुम रहमतुल्लाहि व बरकातुहू। नाजरीन, मोरखा 20 नवंबर 2020 को पंजाब के कस्बा मढ़ बलोचा में एक जालिम ने जुमा की नमाज से फारिग होते हुए एक अहमदी ख़ानदान के 4 अफराद, जिनमें 2 भाई मोहतरम सईद अहमद साहब और मोहतरम तारक महमूद साहब और इनके बच्चों पर गोलियां बरसाईं, जिसमें मोहतरम तारक महमूद साहब के बेटे डॉक्टर ताहिर शहीद हुए। इन्ना लिल्लाहि व इन्ना इलैहि राजिऊन। शहीद के वालिद मोहतरम तारक महमूद साहब के सर पर गोली लगी और इनके भाई सईद अहमद और इनके बेटे तैयब जख्मी हुए। नाजरीन, इस हादसे के तकरीबन 1 महीने बाद जख्मी होने वाले मोहतरम सईद अहमद साहब से मेरी फ़ोन पर बात हुई तो उन्होंने इस वाक़े की रुदात जिस तरह सुनाई, आपकी खिदमत में पेश करती हूँ और माजरत ख्वाह हूँ कि इस कन्वर्सेशन के शुरू के कुछ मिनट्स रिकॉर्ड होने से रह गए। दुआ है कि अल्लाह ताला शहीद के दर्जात बुलंद फरमाए और पाकिस्तान में बसने वाले तमाम शरपसंदों से पुरअमन जमात अहमदिया के अफराद को महफूज रखे। आमीन। ਅਸੀਂ ਜਦੋਂ ਨਮਾਜ਼ ਪੜ੍ਹ ਕੇ ਨਿਕਲੇ ਆ ਨਾ, ਹਾਂਜੀ, ਤੇ ਉਹ ਸਭ ਤੋਂ ਪਹਿਲੇ ਨਾ ਤਾਹਿਰ ਨਿਕਲਿਆ। ਉਹਨੂੰ ਪਹਿਲੇ ਵੀ ਇਹ ਆਦਤ ਸੀ ਕਿ ਉਹ ਸਭ ਤੋਂ ਪਹਿਲੇ ਨਿਕਲ ਕੇ ਨਾ ਜਾਂ ਉਹਨੇ ਗੱਡੀ ਤੇ ਆਉਣਾ ਹੁੰਦਾ ਸੀ ਘਰੋਂ ਜਾਂ ਮੋਟਰਸਾਈਕਲ ਤੇ, ਉਹਨੂੰ ਅਸੀਂ ਪੈਦਲ ਪੁੱਤ ਵੈਸੇ ਬਾਜ਼ਾਰ ਚ ਤਾਂ ਰੱਖਣਾ ਨਹੀਂ ਸੀ ਆਉਣ ਜਾਣ ਦਿੰਦਾ। ਜਿਸ ਵੇਲੇ ਉਹ ਨਿਕਲਿਆ ਨਾ, ਦਰਵਾਜ਼ਾ ਉਹਨੇ ਖੋਲਿਆ ਤੇ ਉਹ ਅੱਗੇ ਸਾਹਮਣੇ ਖੜਾ ਸੀ। ਉਹਨੇ ਨਾ ਦਰਵਾਜ਼ਾ ਖੋਲਦੇ ਇਹਨੂੰ ਫਾਇਰ ਮਾਰਿਆ। ਜੋ ਫਾਇਰ ਮਾਰਿਆ ਨਾ, ਇਹਦੀਆਂ ਲੱਤਾਂ ਨਿਕਲ ਗਈਆਂ, ਲੱਤਾਂ ਇਸ ਤਰ੍ਹਾਂ ਚੁੱਕੀਆਂ ਗਈਆਂ, ਡਿੱਗ ਪਿਆ ਇਹ। ਫੇਰ ਉੱਠਿਆ, ਫੇਰ ਉੱਠ ਕੇ ਨਾ ਫਿਰ ਲਾਗੋਂ ਤਾਰਕ ਨੇ ਨਾ ਇੱਕ ਪੱਥਰ ਜਿਹਾ ਛੋੜਾ ਜਿਹਾ ਪਿਆ ਸੀ ਐਵੇਂ ਡਰਾਉਣ ਵਾਲਾ ਹੀ, ਉਹ ਫੜ ਕੇ ਨਾ ਇਸ ਤਰ੍ਹਾਂ ਨੂੰ ਉਹਦੇ ਵੱਲ ਨਾ ਉਭਾਰਿਆ ਹੱਥ ਕੇ, ਖਲੋ ਜਾ ਤੇਰੀ। ਉਹ ਤਾਰਕ ਦੇ ਨਾ ਉਹਨੇ ਉਸੇ ਹੱਥ ਨੂੰ ਨਾ ਸ਼ੂਟ ਕੀਤਾ, ਉਹ ਫਾਇਰ ਉਂਗਲੀ ਉਡਾਤੀ ਉਹਦੇ ਹੱਥ ਨੂੰ ਉਡਾਤਾ। ਦੂਸਰਾ ਫਾਇਰ ਜਿਹੜਾ ਨਾ, ਉਹ ਤਾਹਿਰ ਜਿਹੜਾ ਨਾ ਫੇਰ ਉੱਠ ਕੇ ਨਾ ਬਾਹਰ ਦੌੜਿਆ। ਜਦੋਂ ਤਾਰਕ ਬਾਹਰ ਦੌੜਿਆ ਨਾ, ਉਹਦੇ ਮਗਰ ਉਹ ਵੀ, ਅੱਬੂ ਜੀ ਨਾ ਜਾਓ ਇੱਧਰ ਆ ਜਾਓ। ਉਹ ਬਾਹਰ ਨਿਕਲਿਆ, ਉਹਨੂੰ ਫੇਰ ਉਹਨੇ ਫਾਇਰ ਮਾਰਿਆ। ਫੇਰ ਉਹਨੇ ਤਾਰਕ ਨੂੰ ਨਾ ਦੂਸਰਾ ਫਾਇਰ ਸਿਰ ਚ ਮੱਥੇ ਚ ਮਾਰਿਆ, ਸਾਹਮਣੇ ਪਿਸ਼ਾਨੀ ਤੇ। ਤਾਰਕ ਨਾ ਡਿੱਗ ਪਿਆ। ਪਹਿਲੇ ਤਾਹਿਰ ਨਿਕਲਿਆ, ਮਗਰੇ ਤਾਹਿਰ ਉਹਦੇ ਮਗਰ ਦੌੜਿਆ। ਮੈਂ ਮਗਰੇ ਤਾਰਕ ਦੇ ਮੈਂ ਦੌੜਿਆ। ਮੈਂ ਕਿਹਾ ਤਾਰਕ ਮੇਰੇ ਮਗਰ ਛੋਟਾ ਤੈयब ਦੌੜ, ਗਲੀ ਚ ਨਾ ਦੌੜਿਆ, ਤੰਗ ਜੀ ਗਲੀ ਹੈ ਉਹ, ਪਿੱਛੇ ਮੇਰੇ ਤैयब, ਮੇਰੇ ਅੱਬੂ ਜੀ, ਉਹ ਚਾਰੇ ਹੁਣ ਖੂਨੀ ਰਿਸ਼ਤੇ ਸਨ। ਕੋਈ ਕਿਸੇ ਕੋਲੋਂ ਸਬਰ ਨਾ ਹੋਇਆ। ਹਾਲਾਂਕਿ ਨਜ਼ਰ ਤੇ ਆਉਂਦਾ ਪਿਆ ਸੀ ਕੋ ਅੰਧਾ ਧੁੰਦ ਫਾਇਰ ਕਰਨ ਡਿਆ ਸੀ ਕਿ ਤੋਬਾ ਇਸਤਗਫਾਰ। ਸਾਹਮਣੇ ਸਾਨੂੰ ਨਜ਼ਰ ਆਉਂਦਾ ਪਿਆ ਕਿ ਸਾਨੂੰ ਮਾਰੀ ਜਾਣ ਡਿਆ, ਗੋਲੀਆਂ ਮਾਰੀ ਜਾਣ ਡਿਆ। ਜਦੋਂ ਉਹਦੇ ਕੋਲੋਂ ਮੈਗਜ਼ੀਨ ਖਤਮ ਹੋਈ ਹੈ ਨਾ ਇੱਕ, ਤੇ ਫਿਰ ਉਹਨੇ ਕੋਨੇ ਚ ਖੜੇ ਹੋ ਕੇ ਨਾ ਭਰੀ ਹੈ। ਮੈਂ ਤਾਰਕ ਦੇ ਸਿਰ ਤੇ ਖਲੋਤਾ ਵਾਂ। ਤਾਰਕ ਮੁੱਧੜਾ ਮੂੰਹ ਨਾ ਇਸ ਤਰ੍ਹਾਂ, ਮੂੰਹ ਦੇ ਬਲ ਨਾ ਜ਼ਮੀਨ ਤੇ ਗਿਰਿਆ ਹੋਇਆ ਸੀ। ਮੈਂ ਵੇਖਿਆ, ਮੈਂ ਕਿਹਾ ਤैयब, ਮੇਰੇ ਪਿੱਛੇ ਤैयब ਦੌੜਾਉਣ ਡਿਆ ਸੀ। ਮੈਂ ਕਿਹਾ ਤैयब ਦੌੜ ਕੇ ਅੰਦਰ ਵੜ ਜਾ ਯਾਰ, ਦੌੜ ਕੇ ਅੰਦਰ ਚਲਾ ਜਾ। ਫਿਰ ਤैयब ਦੇ ਸਿਰ ਤੇ ਖੜੇ ਹੋ ਕੇ ਜ਼ੋਰ ਨਾਲ ਉੱਚੀ ਆਵਾਜ਼ ਨਾਲ ਹੱਥ ਖੜੇ ਕਰਕੇ, ਜਿਸ ਤਰ੍ਹਾਂ ਬੰਦਾ ਰੋਂਦਾ ਹੈ ਨਾ, ਇਸ ਤਰ੍ਹਾਂ ਮੈਂ ਉੱਚੀ ਸਾਰੀ ਇੰਨਾ ਲਿल्लाहि व इन्ना इलैहि राजिऊन ਪੜਿਆ। ਮੈਂ ਕਿਹਾ ਕੋਈ ਗਲੀ ਚ ਸੁਣੇਗਾ, ਕੋਈ ਬਾਹਰ ਨਿਕਲੇਗਾ, ਮਗਰ ਕੋਈ ਨਹੀਂ ਨਿਕਲਿਆ। ਫਿਰ ਜਦੋਂ ਸਾਡੇ ਮਗਰ ਦੌੜਿਆ ਨਾ, ਫਿਰ ਮੈਂ ਤैयब ਨੂੰ ਪਿੱਛੋਂ ਤੋਂ ਆਵਾਜ਼ ਦਿੱਤੀ। ਮੈਂ ਕਿਹਾ ਤैयब ਅੰਦਰ ਚਲ ਜਾ। ਫਿਰ ਉਹਨੇ ਸਾਡੇ ਤੇ ਫਾਇਰ ਕੀਤੇ ਨੇ। ਇਹ ਅੱਲਾਹ ਤਾਲਾ ਦਾ ਫਜ਼ਲ ਹੈ ਕਿ ਮੈਨੂੰ ਤੇ ਨਾ ਇੱਕ ਦਾएं घुटने लागों ਦੀ ਨਾ ਛੂ ਕੇ ਫਾਇਰ ਆਪਣਾ ਬੁਲਟ ਗੁਜ਼ਰ ਗਈ। ਥੋੜਾ ਇਹਨੇ ਮੈਨੂੰ ਜ਼ਖਮੀ ਕੀਤਾ ਤੇ ਮੈਂ ਅੰਦਰ ਦੌੜ ਕੇ ਵੜ ਗਿਆ। ਤਾਂ ਤैयब ਨੂੰ 2 ਫਾਇਰ ਲੱਗੇ ਉੱਥੇ ਗਲੀ ਚ ਨਾ, ਉਹਦੇ ਅੰਦਰ ਜਾਣ ਤੋਂ ਪਹਿਲੇ ਹੀ ਨਾ, ਦੋਨੋਂ ਹੀ ਉਹਦੇ ਨਾ ਇੱਕ ਹੀ ਆਪਣਾ ਦਾएं ਢੰਗ ਤੇ ਲੱਗੇ ਪਿੰਨੀ ਚ। ਉਸ ਤੋਂ ਬਾਅਦ ਅਸੀਂ ਦੋਨੋਂ ਅੰਦਰ ਵੜ ਗਏ। ਮੈਂ ਅੰਦਰ ਵੜ ਕੇ ਗੇਟ ਬੰਦ ਕਰ ਰਿਹਾ ਸੀ ਜਦੋਂ ਉਹਨੇ ਨਾ ਨੀਚੇ ਤੋਂ ਨਾ ਮੇਰੇ ਪੈਰ ਨੂੰ ਨਾ ਸ਼ੂਟ ਕੀਤਾ। ਫਿਰ ਅੱਲਾਹ ਤਾਲਾ ਵੱਲੋਂ ਮੈਂ ਸ਼ਾਇਦ ਬਚਣਾ ਸੀਗਾ। ਮੈਂ ਦੌੜ ਕੇ ਅੰਦਰ ਨਹੀਂ ਗਿਆ ਕਿਉਂਕਿ ਸੇਮ ਓਪਨ ਸੀ, ਸਾਰਾ ਖੁੱਲਾ ਸੀ। ਮੈਂ ਦੀਵਾਰ ਦੇ ਨਾਲ ਹੀ ਵਾਸ਼ਰੂਮ ਚ ਚਲਾ ਗਿਆ। ਕੋਨੇ ਚ ਵਾਸ਼ਰੂਮ ਸੀ। ਉਹ ਉੱਤੋਂ ਦੀ ਨਾ, ਦੀਵਾਰ ਦੇ ਉੱਤੋਂ ਦੀ ਨਾ ਫਾਇਰ ਕਰਦਾ ਰਿਹਾ, ਜਿਹੜੇ ਕਿ ਨਾ ਸਿੱਧੇ ਅੱਗੇ ਜਾ ਕੇ ਬਰਾਮਦੇ ਚ ਦੀਵਾਰ ਨੂੰ, ਕਮਰੇ ਦੇ ਦਰਵਾਜ਼ਿਆਂ ਨੂੰ ਲੱਗੇ ਆ। ਅੱਛਾ, ਕਿਤੇ ਆਪਣੇ ਘਰ ਵੜੇ ਹੋ ਤੁਸੀਂ ਜਾਂ ਕਿਹਦੇ ਘਰ? ਨਹੀਂ, ਸੈਂਟਰ ਜਿਹੜਾ ਸੀ। ਅੱਛਾ, ਸੈਂਟਰ ਤੇ ਵਾਪਸ। ਅੱਛਾ, ਠੀਕ ਹੈ ਜੀ। ਅੱਛਾ, ਹਾਂਜੀ, ਉੱਥੇ
ਅਜੇ ਉਸੇ ਗਲੀ ਚ ਉਸੇ ਸੈਂਟਰ ਚ ਹੀ ਸਾਂ। ਅੱਛਾ ਫਿਰ ਜਿਸ ਵੇਲੇ ਉਹਦੀ ਉਹ ਮੈਗਜ਼ੀਨ ਖਤਮ ਹੋਈ ਹੈ ਨਾ, ਫਾਇਰ ਕਰਨੇ ਬੰਦ ਹੋਏ ਨੇ, ਫਿਰ ਮੈਂ ਦੌੜ ਕੇ ਨਾ ਅੰਦਰ ਗਿਆ। ਅੰਦਰ ਗਿਆ ਤੇ ਤੈਯਬ ਨਾ ਹਾਂ ਤੇ ਕਾਰਪੇਟ ਤੇ ਨਾ ਤੜਫਣ ਡਿਆ ਸੀ। ਉਹ ਜਿੰਨੀ ਕੁ ਦੇਰ ਤੱਕ, ਉਹ ਇੰਨੀ ਦੇਰ ਤੇ ਮੈਨੂੰ ਵੀ ਲੱਗ ਗਈ ਸੀ ਕਿ ਮੇਰਾ ਇੰਨਾ ਕੁ ਖੂਨ ਨਿਕਲ ਗਿਆ ਸੀ ਕਿ ਉਹ ਮੇਰਾ ਵੀ ਜਿਸਮ ਨਾ ਠੰਡਾ ਹੋ ਗਿਆ ਸੀ। ਉਹ ਫਿਰ ਮੈਂ ਤੈਯਬ ਦੇ ਨਾ ਪੱਟੀਆਂ ਬੰਨੀਆਂ, ਕੋਈ ਕੱਪੜਾ ਲੈ ਕੇ ਨਾ ਉਹਦੇ ਜ਼ਖਮਾਂ ਤੇ ਵੀ, ਫਿਰ ਉਹਦੀ ਲੱਤ ਨੂੰ ਵੀ ਮੈਂ ਬੰਨਿਆ ਤਾਂ ਕਿ ਇਹਨੂੰ ਚਲੋ ਦਰਦ ਕਮ ਹੋਏ ਜਾਂ ਬਲੀਡਿੰਗ ਘੱਟ ਹੋਏ। ਤਾਹਿਰ ਤੇ ਤਾਰਕ ਦੋਨੋਂ ਬਾਪ ਬੇਟਾ ਉੱਥੇ ਜ਼ਮੀਨ ਤੇ ਡਿੱਗੇ ਪਏ ਹੋਏ ਸਨ ਉਸ ਵੇਲੇ? ਤਾਹਿਰ ਦੀ ਸਾਨੂੰ ਨਾ ਇਹ ਗੱਲ ਸਮਝ ਨਹੀਂ ਆਈ ਕਿ ਉਹ ਕਿਉਂ ਦੌੜ ਕੇ ਨਾ ਗਲੀ ਚੋਂ ਬਾਹਰ ਗਿਆ। ਉਹਨੇ ਫਾਇਰ ਮਾਰੇ ਨੇ, ਇੱਕ ਤੇ ਸਾਹਮਣੇ ਲੱਗ ਗਿਆ ਨਾ, ਫਿਰ ਉਹਨੂੰ 3 ਫਾਇਰ ਉਹਦੇ ਸਾਹਮਣੇ ਨਾ ਉਹਨੇ ਮਾਰੇ ਨੇ ਸਾਹਮਣੇ। ਉਹ ਦੌੜ ਕੇ ਇੱਕ ਦਫਾ ਫਿਰ ਗਿਰਿਆ, ਫਿਰ ਉੱਠਿਆ, ਫਿਰ ਸੜਕ ਤੇ ਚਲਾ ਗਿਆ। ਉੱਥੇ ਫਿਰ ਗਿਰਿਆ, ਮਤਲਬ ਅਸੀਂ ਵੇਖਿਆ ਤੇ ਨਹੀਂ ਨਾ, ਉਹ ਦੱਸ ਰਹੇ ਸਨ ਜਿਹੜੇ ਉਸ ਵੇਲੇ ਨਾ ਲੋਕ ਵੇਖ ਰਹੇ ਸਨ। ਫਿਰ ਉਹ ਜਿਸ ਵੇਲੇ ਦੁਬਾਰਾ ਤੀਸਰੀ ਦਫਾ ਗਿਰਿਆ ਨਾ, ਫਿਰ ਉਹ ਉੱਠ ਨਹੀਂ ਸਕਿਆ, ਫਿਰ ਉਹਦੀ ਨਾ ਡੈਥ ਹੋ ਗਈ, ਸ਼ਹਾਦਤ ਹੋ ਗਈ। ਕਿਉਂਕਿ ਉਹਨੂੰ ਫਾਇਰ ਜ਼ਿਆਦਾ ਲੱਗ ਗਏ ਸੀ, ਉਹਦਾ ਖੂਨ ਜ਼ਿਆਦਾ ਬਹਿ ਗਿਆ ਸੀ। ਤਾਰਕ ਦਾ ਵੀ ਬਹੁਤ ਜ਼ਿਆਦਾ ਖੂਨ ਬਹਿਆ, ਮੇਰਾ ਵੀ, ਤੈਯਬ ਦਾ ਵੀ। ਮਗਰ ਇਹ ਆ ਕਿ ਮੈਂ ਤੇ ਦੋਨਾਂ ਨੂੰ ਆਪਣੇ ਵੱਲੋਂ ਮਾਰ ਕੇ ਤੇ ਅੰਦਰ ਰੱਸ ਕੇ ਵੜਿਆ ਸਾਂ। ਮੈਂ ਕਿਹਾ ਹੁਣ ਇਹ ਤੇ ਦੋਨੇ ਅੱਲਾ ਨੂੰ ਪਿਆਰੇ ਹੋ ਗਏ, ਹੁਣ ਜਿਹੜੇ ਅਸੀਂ ਮਗਰ 2 ਰਹਿ ਗਏ ਨਾ, ਹੁਣ ਸਾਨੂੰ ਸ਼ੂਟ ਕਰਨ ਡਿਆ ਉਹ, ਤੇ ਉਹਨੇ ਸਾਨੂੰ ਵੀ ਨਹੀਂ ਛੱਡਣਾ। ਤੈਯਬ ਦੌੜ ਕੇ ਅੰਦਰ ਵੜ ਜਾ ਯਾਰ। ਉਹ ਸਾਨੂੰ ਦੌੜਦਿਆਂ ਉਹਨੇ ਪਿੱਛੋਂ ਫਾਇਰ ਕੀਤੇ ਨੇ। ਤੈਯਬ ਦੇ 2 ਲੱਗ ਗਏ, ਮੇਰੇ ਨਾਲ ਛੂ ਕੇ ਗੁਜ਼ਰ ਗਿਆ ਲਾਗੋਂ ਦੀ ਨਾ, ਇਹ ਟੱਚ ਕਰਕੇ ਜਿਸਮ ਨੂੰ, ਬਾਜ਼ੂ ਨੂੰ। ਅੱਛਾ, ਮੈਂ ਕਿਹਾ ਉਸ ਵੇਲੇ ਗਲੀ 'ਚ ਕੋਈ ਵੀ ਨਹੀਂ ਸੀ ਹੈਗਾ? ਕੋਈ ਤੁਹਾਡੇ ਤੋਂ ਇਲਾਵਾ ਕੋਈ ਹੋਰ ਨਹੀਂ ਸੀ? ਕੋਈ ਨਹੀਂ ਸੀ, ਗਲੀ ਖਾਲੀ, ਬਿਲਕੁਲ ਸੁਨਸਾਨ ਸੀ। ਬਾਹਰ ਲੋਕ ਇਕੱਠੇ ਹੋਏ। ਇਹ ਜਦੋਂ ਫਾਇਰਿੰਗ ਕੀਤੀ ਉਦੋਂ ਆਵਾਜ਼ ਸੁਣ ਕੇ ਦੌੜ ਕੇ ਲੋਕੀ ਬਾਹਰ ਆਏ ਨੇ। ਜਦੋਂ ਉਹਦੀ ਮੈਗਜ਼ੀਨ ਖਤਮ ਹੋਈ ਹੈ ਨਾ, ਦੂਸਰੀ ਤੀਸਰੀ, ਫਿਰ ਉਸ ਗਲੀ ਦੇ ਇੱਕ ਲੜਕੇ ਨੇ, ਉਹ ਵੀ ਪੁਲਿਸਮੈਨ ਸੀ, ਮਗਰ ਉਹਦੀ ਡਿਊਟੀ ਉੱਥੇ ਨਹੀਂ ਸੀ ਹੈ, ਵੈਸੇ ਆਪਣੇ ਘਰ ਆਇਆ ਸੀ। ਉਹਨੇ ਉਹਨੂੰ ਨਾ ਫੜਿਆ। ਉਹਨੇ ਕਿਹਾ ਇਹਨੂੰ ਕਿਹਨੇ ਮਾਰਿਆ? ਉਹਨੇ ਕਿਹਾ ਮੈਂ ਮਾਰਿਆ, ਤੇ ਇਹ ਜਿਹੜੇ ਬਾਕੀ ਨੇ ਇਹਨਾਂ ਨੂੰ ਵੀ ਮੈਂ ਮਾਰਨਾ। ਉਹਨੇ ਉਹਦੇ ਚੰਡ ਮਾਰੀ ਤੇ ਉਹਨੇ ਕਿਹਾ ਚੱਲ ਇੱਧਰ ਆ। ਹਾਂ, ਉਹਨੇ ਕਿਹਾ ਤੂੰ ਨਾ ਚੰਗਾ ਨਹੀਂ ਕੀਤਾ, ਤੂੰ ਮੈਨੂੰ ਚੰਡ ਮਾਰੀ ਏ, ਤੂੰ ਨਹੀਂ ਜਾਣਦਾ ਮੈਂ ਕੀ ਚੀਜ਼ ਦਾ। ਅੱਛਾ, ਉਹਨੂੰ ਵੀ ਧਮਕੀ ਦਿੱਤੀ? ਬਾਤ ਦਾ ਮਸਲਾ ਤੂੰ ਇੱਧਰ, ਪੁਲਿਸ ਵਾਲੇ ਨੂੰ ਵੀ ਉਹਨੇ ਕਿਹਾ ਇਹ ਧਮਕੀ ਦਿੱਤੀ ਹੈਗੀ ਹੈ? ਹਾਂ, ਉਹਨੇ ਕਿਹਾ ਕਿ ਹਾਂ ਤੂੰ ਮੈਨੂੰ ਜਾਣਦਾ ਨਹੀਂ, ਤੂੰ ਬਰਕੈਫੋ। ਫਿਰ ਉਹਨਾਂ ਨੇ ਉਹਨੂੰ ਚੁੱਕ ਕੇ ਡਾਲੇ ਸੁੱਟਿਆ। ਉਹਨੇ ਕਿਹਾ ਚੱਲ ਤੂੰ ਡਾਲੇ ਚ ਤੇ ਚੱਲਣਾ, ਗੱਡੀ ਚ ਆਪਣੀ ਚ ਸੁੱਟਿਆ ਤੇ ਲੈ ਗਏ। ਫਿਰ ਉਹਨੀ ਦੇਰ ਨੂੰ ਨਾ ਉਹ ਪੁਲਿਸ ਆ ਗਈ, ਜਿਹੜੀ ਮਰਦੋਚਾਂ ਦੇ ਸੀ। ਉਹਨਾਂ ਨੇ ਆ ਕੇ ਨਾ, ਉਹ ਅਸੀਂ ਤੇ ਅੰਦਰ ਸਾਂ ਤੇ ਬਾਹਰੋਂ ਅਸੀਂ ਤਾਲਾ ਵੀ ਗੇਟ ਬੰਦ ਕੀਤਾ ਸੀ, ਅੰਦਰਲੇ ਦਰਵਾਜ਼ੇ ਵੀ ਬੰਦ ਸਨ। ਭਾਈ ਹਫੀਜ਼ ਉਹਦਾ ਬੇਟਾ ਤੇ ਮਰਬੀ ਜ਼ਿਲ੍ਹਾ ਆਏ ਸਨ, ਉਹ ਵੀ ਅੰਦਰ ਸਨ, ਮਗਰ ਉਹ ਅੰਦਰੋਂ ਨਹੀਂ ਨਿਕਲੇ। ਉਹਨਾਂ ਨੂੰ ਅੱਲਾਹ ਤਾਲਾ ਨੇ ਬਚਾ ਲਿਆ। ਅਸੀਂ ਚਾਰੋਂ ਨਾ, ਤਾਹਿਰ ਸ਼ਹੀਦ ਹੋਇਆ ਤੇ ਅਸੀਂ ਜ਼ਖਮੀ ਹੋਏ। ਬਸ ਫਿਰ ਉਹ ਤਾਹਿਰ ਨੂੰ ਨਾ ਉਹਨੇ ਵੇਖਿਆ, ਜਦੋਂ ਉਹਨੇ ਕਿਹਾ ਯਾਰ ਇਹਨੂੰ ਸਿੱਧਿਆਂ ਤੇ ਕਰੋ, ਜਿਹੜਾ ਸੀ ਪੁਲਿਸ ਵਾਲਾ ਨਾ, ਉਹਨੇ ਜਿਸ ਵੇਲੇ ਉਹਦੇ ਹੱਥ ਲਗਾਇਆ ਨਾ ਤੇ ਪਿੱਛੇ ਕਮਰ ਤੇ ਉਹਨੇ ਫਿਰ ਸ਼ੋਰ ਪਾਇਆ ਕਿ ਇਹਨੂੰ ਫੜੋ ਯਾਰ, ਇਹ ਤੇ ਜ਼ਿੰਦਾ ਜੇ, ਫੜੋ ਨੱਸੋ ਸਾਰੇ। ਉਹ ਸਾਰੇ ਉਹਨਾਂ ਨੇ ਫਿਰ ਉਹਨੂੰ ਜਲਦੀ ਨਾ ਗੱਡੀ ਚ ਸੁੱਟਿਆ, ਆਪਣੀ ਜੀ ਡਾਲੇ ਚ, ਤੇ ਲੈ ਕੇ ਨਾ ਸਾਂਗਲੇ ਚਲੇ ਗਏ। ਸਾਂਗਲੇ ਜਾ ਕੇ ਕੋਈ ਆਕਸੀਜਨ ਵਗੈਰਾ ਉਹਨੂੰ ਲੱਗੀ, ਕੋਈ ਥੋੜਾ ਬਹੁਤ ਨਾ। ਉਸ ਵੇਲੇ ਅਸੀਂ ਪਿੱਛੋਂ ਸਾਂਗਲੇ ਪਹੁੰਚ ਗਏ ਸਾਂ, ਮੈਂ ਤੇ ਤੈਯਬ ਵੀ ਨਾ ਦੂਸਰੀ ਗੱਡੀ ਚ। ਹਾਂ, ਉਹ ਮੈਂ ਵੇਖਿਆ ਉੱਤੇ ਤਾਰਕ ਨੂੰ ਨਾ ਗੱਡੀ ਚ ਸੀ, ਤੇ ਤਾਹਿਰ ਸਟੇਚਰ ਤੇ ਬਾਹਰ ਸੀ, ਉੱਤੇ ਉਹਨਾਂ ਨੇ ਕੱਪੜਾ ਪਾਇਆ ਸੀ, ਮਗਰ ਅਸੀਂ ਚੱਲ ਕੇ ਉਹਦੇ ਤੱਕ ਜਾ ਨਹੀਂ ਸਾਂ ਸਕਦੇ, ਉਹਨੂੰ ਵੇਖ ਨਹੀਂ ਸਾਂ ਸਕਦੇ। ਸ਼ਹੀਦ ਹੋ ਗਿਆ ਸੀ, ਰੋਣ ਪਿੱਟਣ ਦੇ ਅਸੀਂ ਅੱਗੇ ਹੀ ਡਏ ਸਾਂ। ਅੱਲਾਹ ਤਾਲਾ ਮਾਫ ਕਰੇ, ਬੁਰਾ ਹਾਲ ਸੀ, ਤਕਲੀਫ ਨਾਲ ਵੀ ਤੇ ਦੁੱਖ ਨਾਲ ਵੀ। ਜੀ ਬਿਲਕੁਲ ਬਿਲਕੁਲ। ਉਸ ਵੇਲੇ ਫਿਰ ਨਾ ਜਿਸ ਸੀ ਨਾ ਉਸ ਗੱਡੀ ਚ ਨਾ ਮੈਂ ਰੌਲਾ ਪਾਇਆ, ਮੈਂ ਕਿਹਾ ਮੈਨੂੰ ਤਾਰਕ ਵਿਖਾਓ ਜੀ। ਅੱਛਾ, ਹਾਂਜੀ, ਮੈਂ ਕਹਿਣਾ ਸੀ ਕਿ ਇਹ ਜਿਹੜਾ ਮੁੰਡਾ ਸੀ, ਇਹ ਤੁਹਾਡੇ ਮਤਲਬ ਉਸੇ ਇਲਾਕੇ ਦਾ ਹੀ ਸੀ? ਉਸੇ ਗਲੀ ਦਾ ਸੀ, ਵੈਸੇ ਇਹਦਾ ਲਾਗੇ ਨਾ ਕਰੀਬ 1.5-2 ਕਿਲੋਮੀਟਰ ਦੂਰ ਪਿੰਡ ਸੀ, ਉੱਥੋਂ ਇੱਥੇ ਸ਼ਿਫਟ ਹੋਏ ਸੀ ਮੜਗੋਚਾਂ। ਮਗਰ ਅਸੀਂ ਉਸ ਤੋਂ ਪਹਿਲੇ ਇਤਫਾਕ ਹੈ ਕਿ ਕਦੀ ਉਹਨੂੰ ਵੇਖਿਆ ਨਹੀਂ ਸੀ। ਅੱਛਾ,
ਉਹ ਕੁਛ ਨਾ ਹੈ ਹੀ ਕੁਛ ਇਸ ਵਾਸਤਾ ਹੀ ਸੀ ਸੁਣਿਆ ਕਿ ਉਹ ਬਸ ਸਾਡੇ ਖਿਆਲ ਨਾਲ ਤੇ ਨਾ ਕਿਸੇ ਟ੍ਰੇਨਿੰਗ ਵੇਰਨ ਦੇ ਸਿਲਸਿਲੇ 'ਚ ਹੀ ਨਾ ਸਾਡੀ ਨਜ਼ਰੇ ਨਹੀਂ ਚੜਿਆ ਤੇ ਹੁਣ ਹੀ ਚੰਦ ਦਿਨ ਕਿਤੇ ਪਹਿਲੇ ਹੀ ਨਾ ਉਹ ਮਾੜਾ ਗੋਚਾ ਆਇਆ ਤੇ ਬਸ ਜਿਸ ਤਰ੍ਹਾਂ ਵੀ ਉਹਨਾਂ ਦੀ ਕੋਈ ਪਲੈਨਿੰਗ ਹੈ ਅਸੀਂ ਤੁਹਾਡਾ ਅੱਲਾਹ ਖਿਆਲ ਤਾਲਾ ਹੈ ਕਿ ਮਾਫ। ਇਹ ਉੱਥੇ ਨਹੀਂ ਮਤਲਬ ਮੂਵ ਹੋਏ ਸਨ, ਲੇਕਿਨ ਇਹ ਨਜ਼ਰ ਨਹੀਂ ਸੀ ਆਂਦਾ ਇਹ ਕਿਧਰੇ ਫਿਰ ਰਹਿੰਦਾ ਹੋਏਗਾ ਆਪਣੀ ਟ੍ਰੇਨਿੰਗ ਉੱਤੇ ਜਾਂ ਜੋ ਵੀ ਹੈ ਹਾਂ ਜਿਨ੍ਹਾਂ ਦੇ। ਬਿਲਕੁਲ ਬਿਲकुल ਸਾਡੇ ਖਿਆਲ ਦੇ ਮੁਤਾਬਕ ਤੇ ਇਹ ਹੈ ਕਿ ਇਹ ਆਪਣੇ ਇਸ ਕਦਰ ਟ੍ਰੇਨ ਸੀ ਬਾਜੀ, ਇੰਨਾ ਉਹਦਾ ਨਿਸ਼ਾਨਾ ਸੀ ਕਿ ਉਹ ਦੂਸਰੀ ਬਾਤ ਇਹ ਹੈ ਕਿ ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਇੱਕ ਇਨਸਾਨ ਮਤਲਬ ਕੋਈ ਸਟੈਚੂ ਨਹੀਂ ਹੁੰਦਾ, ਹਾਂ ਬਿਲਕੁਲ ਸਾਕਨ ਹੁੰਦਾ ਇਨਸਾਨ, ਇਸ ਤਰ੍ਹਾਂ ਉਹ ਨਾ ਚੱਲਦਾ ਪਿਆ ਸੀ, ਇਸ ਤਰ੍ਹਾਂ ਗੋਲੀਆਂ ਚਲਾਈ ਜਾਣ ਡਿਆ ਸੀ ਉਹਦੇ ਚ ਮੇਰਾ ਖਿਆਲ ਇੱਕ ਮੈਗਜ਼ੀਨ ਚ ਕਿੰਨੀਆਂ 12-13 ਗੋਲੀਆਂ ਹੁੰਦੀਆਂ ਨੇ। ਅੱਛਾ ਉਹ ਇੱਕ ਮੈਗਜ਼ੀਨ ਚਲਾ ਲੈਂਦਾ, ਦੂਸਰੀ ਭਰ ਲੈਂਦਾ, ਫਿਰ ਉਹ ਚਲਾ ਲੈਂਦਾ, ਤੀਸਰੀ ਭਰ ਲੈਂਦਾ, ਚਲਿਆ ਹੀ ਜਾਣ ਡਿਆ, ਅੱਛਾ, ਉਹ ਮਾਰੀ ਇੰਨਾ ਜਾਣ ਟ੍ਰੇਨਡ ਡਿਆ, ਬਸ ਸੀ, ਮਾਰੀ ਜਾਣ ਡਿਆ। ਉਹ ਇੰਨਾ ਟ੍ਰੇਨਡ ਸੀ ਕਿ ਜਿਸ ਤਰ੍ਹਾਂ ਦੱਸਿਆ ਹੈ ਤਾਰਿਕ ਨੇ ਵੱਟਾ ਜਿਵੇਂ ਫੜ ਲਿਆ ਹੈ, ਮਤਲਬ ਇੱਕਦਮ ਘਬਰਾ ਕੇ ਹਾਂਜੀ ਮਾਰਨ ਤੇ ਉਹਨੇ ਵਾਸਤੇ, ਸਿੱਧਾ ਤੇ ਹੱਥ, ਉਹਨੇ ਹੱਥ ਦੇ ਜੀ ਉੱਤੇ ਜੀ ਮਾਰੀ ਹੈ, ਉਸ ਹੱਥ ਦੇ ਉੱਤੇ ਉਸਨੇ ਹਾਂਜੀ ਗੋਲੀ ਉਸੇ ਮਾਰੀ ਹੈ। ਹੱਥ ਦੇ ਉੱਤੇ ਮਾਰਿਆ ਉਹਨੇ, ਹੱਥ ਉਡਾਤਾ ਉਹਦਾ। ਹਾਂ ਫਿਰ ਉਹਨੇ ਸਿੱਧਾ ਉਹਦੀ ਪਛਾਣੀ ਚ ਦੂਸਰਾ ਫਾਇਰ ਮਾਰਿਆ, ਸਿੱਧਾ ਮੱਥੇ ਦੇ ਅੰਦਰ ਸੈਂਟਰ ਚ ਲੱਗਿਆ ਤੇ ਡਿੱਗ ਪਿਆ ਨਾ ਜਦੋਂ ਤਾਰਕ, ਤੇ ਫਿਰ ਉਹ ਉੱਥੇ ਉਨੀ ਦੇਰ ਨੂੰ ਮੈਂ ਉੱਤੇ ਪਹੁੰਚ ਗਿਆ ਨਾ, ਫਿਰ ਉਹਨੇ ਤਾਰਕ ਨੂੰ ਛੱਡਿਆ ਤੇ ਮੇਰੇ ਵੱਲ ਦੌੜ ਪਿਆ। ਮੇਰੇ ਪਿੱਛੇ ਤੈयब ਸੀ, ਤैयब ਨੂੰ ਮੈਂ ਆਵਾਜ਼ ਦਿੱਤੀ, ਮੈਂ ਕਿਹਾ ਤैयब ਅੰਦਰ ਦੌੜ ਜਾ। ਪਿੱਛੋਂ ਉਹਨੇ ਉੱਥੋਂ ਹੀ ਸ਼ੂਟ ਕਰਨਾ ਸਾਨੂੰ ਸ਼ੁਰੂ ਕੀਤਾ। ਤैयब ਦੇ 2 ਫਾਇਰ ਲੱਗ ਗਏ, ਇੱਕ ਮੇਰੇ ਬਾਜ਼ੂ ਨੂੰ ਨਾ ਟੱਚ ਕਰਕੇ ਲੰਘ ਗਿਆ ਤੇ ਅੰਦਰ ਵੜ ਕੇ ਜਿਸ ਵੇਲੇ ਅਸੀਂ ਗੇਟ ਬੰਦ ਕੀਤਾ ਨਾ, ਫਿਰ ਉਹਨੇ ਨਾ ਨੀਚੇ ਮੇਰੇ ਫਾਇਰ ਮਾਰਿਆ ਪੈਰ ਦੇ ਵਿੱਚ ਨਾ, ਫਿਰ ਉੱਤੋਂ ਦੀ ਫਾਇਰ ਕਰਦਾ ਰਿਹਾ ਕਿ ਇਹਨੇ ਹੁਣ ਦੌੜ ਕੇ ਅੰਦਰ ਵੜਨਾ ਹੈ ਨਾ। ਅਗਰ ਮੈਂ ਦੌੜ ਕੇ ਗੇਟ ਤੋਂ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਨਾ, ਸਾਰੇ ਸੀਨ ਓਪਨ ਚ ਸਾਰੇ ਉਹ ਮੈਨੂੰ ਲੱਗਣੇ ਸੀ ਸਿੱਧੀਆਂ ਫਾਇਰ। ਲੱਗੀਆਂ ਅੱਲਾਹ ਤਾਲਾ ਮਾਫ ਕਰਿਓ ਮੈਨੂੰ, ਖੁਦਾ ਤਾਲਾ ਨਾ ਦੀਵਾਰ ਦੇ ਨਾਲ ਨਾਲ ਨਾ ਮੈਂ ਤੇ ਵਾਸ਼ਰੂਮ ਚ ਵੜ ਗਿਆ। ਉੱਥੋਂ ਮੈਂ ਉਨੀ ਦੇਰ ਤੱਕ ਨਹੀਂ ਨਿਕਲਿਆ ਜਿੰਨੀ ਦੇਰ ਤੱਕ ਉਹਦੀ ਉਹ ਨਾ ਮਤਲਬ ਖਾਮੋਸ਼ ਨਹੀਂ ਹੋਈ, ਉਹਦੀਆਂ ਗੋਲੀਆਂ ਪੂਰੀਆਂ, ਮੈਗਜ਼ੀਨ ਖਾਲੀ ਨਹੀਂ ਹੋਈ, ਬਾਹਰੋਂ ਸ਼ੋਰ ਖਤਮ ਨਹੀਂ ਹੋਇਆ ਫਾਇਰਿੰਗ ਦਾ। ਫਿਰ ਮੈਂ ਦੌੜ ਕੇ ਅੰਦਰ ਗਿਆ, ਫਿਰ ਮੈਂ ਤैयब ਨੂੰ ਜਾ ਕੇ ਫੜਿਆ, ਵੀ ਤੜਫਣ ਡਿਆ ਸੀ, ਫਿਰ ਮੈਂ ਵੀ ਗਿਰ ਗਿਆ ਉੱਤੇ। ਫਿਰ ਮੇਰੇ ਬਿਨਾਂ ਇਹਨਾਂ ਨੇ ਬਨ ਬੁਨ ਕੇ, ਖੈਰ ਉਹ ਜਿਸ ਵੇਲੇ ਸਾਂਗਲੇ ਪਹੁੰਚ ਗਏ ਸਨ ਨਾ, ਫਿਰ ਮੈਂ ਤਾਰਕ ਨੂੰ ਵੇਖਿਆ ਕਿ ਉਹ ਜ਼ਿੰਦਾ ਸੀ ਮਾਸ਼ਾਅੱਲਾ, ਤੇ ਮੇਰੇ ਵੱਲ ਨਾ ਇੰਜ ਵੇਖੀ ਜਾਣ ਡਿਆ ਸੀ, ਖਾਮੋਸ਼, ਤੇ ਮੂੰਹ ਸਿਰ ਲਹੂ ਲੁਹਾਨ, ਹੱਥ ਉੱਡਿਆ। ਤੇ ਮੈਂ ਫਿਰ ਨਾ ਉੱਚੀ ਆਵਾਜ਼ ਨਾਲ ਨਾ ਐਤਲ ਕੁਰਸੀ ਪੜੀ, ਦਰੂਦ ਸ਼ਰੀਫ ਪੜੀ, ਉੱਚੀ ਆਵਾਜ਼ ਨਾਲ ਮੈਂ ਨਾ ਉਹ ਜਿਹੜੀ ਐਂਬੂਲੈਂਸ ਦੇ ਵਿੱਚ ਉਹ ਤੇ ਮੈਂ ਵੀ ਵੜਿਆ ਸਾਂ। ਅੱਛਾ ਹੁਣ ਫਿਰ ਮੈਂ ਫੂਕਿਆ ਤੇ ਮੈਂ ਉਹਨੂੰ ਹੱਥ ਨਾਲ ਇਸ਼ਾਰਾ ਕੀਤਾ, ਮੈਂ ਕਿਹਾ ਅੱਲਾ ਖੈਰ ਕਰੇਗਾ। ਤੇ ਫਿਰ ਉਹਨੇ ਨਾ ਹਲਕਾ ਜਿਹਾ ਨਾ ਅੱਖਾਂ ਤੇ ਮੂੰਹ ਨੂੰ ਨਾ ਹਿਲਾਇਆ, ਯੈਸ ਦੀ ਨਾ ਇਸ ਤਰ੍ਹਾਂ ਕਿ ਠੀਕ ਹੈ ਠੀਕ ਹੈ। ਤੇ ਅੱਛਾ ਫਿਰ ਫੈਸਲਾਬਾਦ ਉਹ ਪਹਿਲੇ ਸਾਡੇ ਤੋਂ ਪਹੁੰਚ ਗਿਆ, ਅਸੀਂ ਕੋਈ ਥੋੜੀ ਦੇਰ ਬਾਅਦ ਚ ਪਹੁੰਚੇ ਹਾਂ ਫੈਸਲਾਬਾਦ ਜਾ ਕੇ। ਤੇ ਫਿਰ ਉਹਨੂੰ ਨਾ ਜਿਹੜੀ ਵੋਮਟਿੰਗ ਹੋਈ ਹੈ ਨਾ, ਖੂਨ ਦੀਆਂ 2 ਉਲਟੀਆਂ ਆਈਆਂ ਨਾ, ਬਸ ਉਸੇ ਵੇਲੇ ਮਾਸ਼ਾਅੱਲਾ ਫਰੈਸ਼ ਹੋ ਗਿਆ ਸੀ। ਅੱਲਾਹ ਤਾਲਾ ਨੇ ਨਾ ਇੰਨੀਆਂ ਦੁਆਵਾਂ ਸਨ, ਮਗਰ ਵੇਖੋ ਭੈਣ ਭਰਾਵਾਂ ਦੀਆਂ, ਅਜ਼ੀਜ਼ੋਕਾਰ ਦੀਆਂ, ਜਮਾਤ ਦੀਆਂ, ਹਜ਼ੂਰ ਦੀਆਂ, ਇਹ ਹਾਂਜੀ ਅੱਲਾਹ ਤਾਲਾ ਦਾ ਫਜ਼ਲ ਹੀ ਸੀ ਕਿ ਖੁਦਾ ਤਾਲਾ ਨੇ ਨਾ ਇੱਕ ਮੌਜਜ਼ਾਨਾ ਜ਼ਿੰਦਗੀ ਦਿੱਤੀ ਹੈ। ਜੀ, ਬਿਲਕੁਲ ਬਿਲकुल ਬਿਲकुल ਸਿਰ 'ਚ ਗੋਲੀ ਹਾਂ ਲੱਗੀ ਬਾਕੀ ਲੱਗੀ ਹੈ। ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਭਾਜੀ ਕਿ ਮੈਂ ਉਹਨੂੰ ਵੇਖੋ ਕੁਝ ਮਾਰ ਕੇ ਉਹਦੇ ਉੱਤੇ ਇੰਨਾ ਲਿਲਾਇਆ ਇੰਨਾ ਲਹਿਰਾਜ, ਉਹਨੂੰ ਉੱਚੀ ਆਵਾਜ਼ ਨਾਲ ਪੜ ਕੇ ਉਹਦੇ ਸਿਰ ਤੇ ਖਲੋਤਾ ਰਿਹਾ। ਤੇ ਮੈਂ ਕਿਹਾ ਤैयब ਦੌੜ ਜਾਏ, ਤੇ ਦੋਨੋਂ ਹੀ ਉਹਨੇ ਮਾਰਤੇ ਨੇ ਤੇ ਉਹਨੇ ਸਾਨੂੰ ਵੀ ਨਹੀਂ ਛੱਡਣਾ, ਤੇ ਚਲੋ ਦੌੜ ਜਾ ਅੰਦਰ ਵੜ ਗਿਆ। ਬਸ ਇਸੇ ਰੋਲੇ ਚ ਖੂਨੀ ਰਿਸ਼ਤੇ ਨਾਲ ਹੀ ਨਾ ਕਿ ਦਿਸਦਾ ਪਿਆ ਸੀ ਕਿ ਮੌਤ ਅੱਗੇ ਆ, ਮਗਰ ਨਹੀਂ ਰੁਕ ਸਕੇ ਅਸੀਂ ਨਾ। ਉਹ ਦੂਸਰੇ 3 ਜਿਹੜੇ ਸੀ ਉਹ ਅੰਦਰੋਂ ਨਹੀਂ ਨਿਕਲੇ, ਉਹ ਬਚ ਗਏ। ਅੱਛਾ ਬਸ ਚਲੋ, ਤੁਹਾਨੂੰ ਅਲਹਮਦੁਲਿਲਾ ਖੁਦਾ ਤਾਲਾ ਅੱਲਾਹ ਨੇ ਤਾਲਾ ਦਾ ਬਸ। ਤੁਹਾਨੂੰ ਇਸ ਹਾਂ ਤੁਹਾਨੂੰ ਕੁਰਬਾਨੀ ਦਾ ਮੌਕਾ ਦੇ ਦਿੱਤਾ। ਅੱਲਾਹ ਤਾਲਾ ਨੇ ਜਿਸ ਨੂੰ ਸਮਝਿਆ ਹੈ, ਅੱਲਾਹ ਤਾਲਾ ਜੀ ਨੇ ਉਸ ਨੂੰ ਮੌਕਾ ਦਿੱਤਾ ਹੈਗਾ। ਇਹ ਖੁਸ਼ਕਿਸਮਤੀ ਹੈ, ਇਹ ਅੱਲਾਹ ਜੀ ਤਾਲਾ ਦੀ। ਬੇਸ਼ੱਕ ਹਾਂਜੀ ਤੇ ਜੀ ਬੇਸ਼ੱਕ ਹਾਂਜੀ, ਅੱਲਾਹ ਤਾਲਾ ਨੇ ਬਚਾ ਵੀ ਲਿਆ ਔਰ ਕੁਰਬਾਨੀ ਦਾ ਹਿੱਸਾਦਾਰ ਵੀ ਬਣਾ जी ਦਿੱਤਾ। बेशक अल्हम्दुलिल्लाह रब्बिल आलमीन। ਹਾਂਜੀ हाँ शुक्र अल्हम्दुलिल्लाह ਹਾਂਜੀ रब्बिल आलमीन। ਹਾਂਜੀ
अल्लाह ताला का बहुत शुक्र है बाजी, खुदा ताला अपने फजला न रखे। हाँ, आमीन इज्जत बरकत आमीन। दे, अल्लाह खुदा ताला ताला अगों भी नार दे दर्जात बुलंद फरमाए, आमीन आमीन। अल्लाह ताला रहम फरमाए। अगों भी अल्लाह मियाँ जमात दे हर फर्द दे उत्ते अल्लाह मियाँ अपनी हिफाजत फरमाए, खास तौर पे हिफाजत रखे पाकिस्तान जी, च। बेशक अल्लाह ताला अपनी अमान, अल्लाह ताला अपना अपनी हिफाजत च रखे हर एमपी नु, हर बेशक खुदा ताला इन्हां दे शर तो सानू महफूज रखे। आमीन बड़े आमीन। बहुत जालिम कौम, ਜ਼ਾਲਮ तौबा ਹੋਏ ਹੋਏ ਨੇ अस्तगफार, ਔਰ अल्लाह ਜ਼ਾਲਮਾਂ ਨੂੰ ताला ਖੁੱਲੀ ਛੁੱਟੀ ਦਿੱਤੀ ਹੋਈ ਹੈ।